ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਐਕਸਕਲੂਸਿਵ ਸ਼ੋ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੂਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ, ਹਾਊ ਆਰ ਯੂ? ਆਈ ਐਮ ਗੁੱਡ ਸਰ, ਹਾਊ ਆਰ ਯੂ? ਆਈ ਐਮ ਡੂਇੰਗ ਗੁੱਡ। ਸਰ ਪੰਜਾਬ ਤੋਂ ਹੀ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਜਿਹੜੀ ਕਰਜ਼ੇ ਦੀ ਸਮੱਸਿਆ ਹੈ ਇਹ ਵਧੀ ਹੈਗੀ ਹੈ 3 ਲੱਖ ਕਰੋੜ ਦਾ, ਤੇ ਆਮ ਆਦਮੀ ਪਾਰਟੀ ਨੇ ਇਨਕੁਆਇਰੀ ਵੀ ਇਹਦੇ ਤੇ ਜਾਂਚ ਦੀ ਮੰਗ ਕੀਤੀ ਹੈ। ਇਹ ਕਿੰਨਾ ਕੁ ਵੱਡਾ ਮਸਲਾ? ਦੇਖੋ, ਮਸਲਾ ਤਾਂ ਬਹੁਤ ਹੀ ਵੱਡਾ ਹੈ। 3 ਲੱਖ ਕਰੋੜ ਦਾ ਮਸਲਾ ਤਾਂ ਵੱਡਾ ਹੀ ਹੈ, ਅਤੇ ਬੇਸਿਕਲੀ ਇਨਕੁਆਇਰੀ ਹੋਣੀ ਵੀ ਚਾਹੀਦੀ ਹੈ। ਇਟ ਵਿਲ ਸੈਟ ਦੀ ਟੋਨ। ਪਰ ਦੇਖੋ, ਦੋ ਚੀਜ਼ਾਂ ਨੇ। ਮੈਂ ਇਹਨੂੰ ਜੇ ਇੱਕ ਜਰਨਲਿਸਟ ਦੇ ਪਰਸਪੈਕਟਿਵ ਨਾਲ ਵੇਖਾਂ, ਇਹਨੂੰ ਦੋ ਤਰੀਕੇ ਨਾਲ ਵੇਖਣਾ। ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਪੈਸੇ ਆਏ ਨੇ ਉਹ ਕਿਵੇਂ ਯੂਟੀਲਾਈਜੇਸ਼ਨ ਹੋਈ, ਉਹਦਾ ਮਿਸਯੂਜ਼ ਤਾਂ ਨਹੀਂ ਹੋਇਆ, ਕਿਉਂ ਇੰਨਾ ਕਰਜ਼ਾ ਲੈਣਾ ਪਿਆ, ਪਹਿਲਾਂ ਪਾਲਿਸੀਜ਼ ਦੇ ਵਿੱਚ ਕੀ ਕਮੀਆਂ ਸੀ ਕਿ ਜੋ 1991 'ਚ ਸਿਰਫ 9800 ਕਰੋੜ ਦਾ ਜਿਹੜਾ ਸਾਡਾ ਕਰਜ਼ਾ ਸੀ ਉਹ 3 ਲੱਖ ਕਰੋੜ ਦਾ ਕਿਵੇਂ ਪਹੁੰਚ ਗਿਆ। ਅੱਜ ਸਾਡਾ ਇੱਕ ਮੇਜਰ ਪਾਰਟ ਸਿਰਫ ਇੰਟਰਸਟ ਪੇ ਕਰਨ 'ਚ ਜਾਂਦਾ ਪਿਆ। ਕੈਪੀਟਲ ਇਨਵੈਸਟਮੈਂਟ ਸਾਡੀ ਮਿਨੀਮਮ ਹੋ ਰੱਖੀ ਆ। ਆਪਾਂ ਜੇ ਵੇਖੀਏ ਇਨਫਰਾਸਟਰਕਚਰ ਸਾਡੀ ਸਟੇਟ 'ਚ ਕੀ ਬਣਿਆ ਵਿਦ ਦੀ ਸਟੇਟ ਗੌਰਮੈਂਟ। ਆਪਾਂ ਕਿੰਨੀਆਂ ਯੂਨੀਵਰਸਿਟੀਜ਼ ਬਣਾਈਆਂ, ਕਿੰਨੇ ਕਾਲਜ ਬਣਾਏ, ਕਿੰਨੇ ਹਸਪੀਟਲ, ਕਿੰਨੀ ਰੋਡਸ ਬਣਾਈਆਂ। ਦਿਸ ਥਿੰਗ ਨੀਡਸ ਟੂ ਬੀ ਅੰਡਰਸਟੂਡ ਕਿ ਆਪਾਂ ਇਨਵੈਸਟਮੈਂਟ ਕੀਤੀ ਕਿੱਥੇ ਆ, ਕਿੰਨੀ ਕੈਪੀਟਲ 'ਚ ਗਈ, ਅਤੇ ਕਿੰਨੀ ਬੇਸਿਕਲੀ ਜਿਹੜੇ ਰਨਿੰਗ ਐਕਸਪੈਂਸਿਸ ਜਿਹਨੂੰ ਕਹਿੰਦੇ ਨੇ, ਰਾਈਟ, ਨੌਨ ਪਲੈਨਡ ਐਕਸਪੈਂਡੀਚਰ ਵਿੱਚ ਕਿੰਨੀ ਗਈ ਆ। ਫਿਰ ਜਿਸ ਚੀਜ਼ ਲਈ ਕਰਜ਼ਾ ਲਿੱਤਾ, ਕਿਉਂਕਿ ਜਦੋਂ ਤੁਸੀਂ ਕਰਜ਼ਾ ਲੈਂਦੇ ਹੋ ਯੂ ਗਿਵ ਅ ਰਿਪੋਰਟ, ਦਿਸ ਇਜ਼ ਅ ਯੂਟੀਲਾਈਜੇਸ਼ਨ ਰਿਪੋਰਟ ਦਿੰਦੇ ਹੋ। ਉਹ ਸਮਝਣ ਦੀ ਲੋੜ ਹੈ ਕਿ ਯੂਟੀਲਾਈਜੇਸ਼ਨ ਉੱਥੇ ਹੋਈ ਹੈ ਕਿ ਨਹੀਂ ਹੋਈ ਹੈ। ਤੁਸੀਂ ਇੱਕ ਸਟੇਟ ਨੂੰ ਇੱਕ ਫੈਮਿਲੀ ਤੇ ਫਾਈਨੈਂਸ ਨਾਲ ਵੀ ਕੰਪੇਅਰ ਕਰ ਸਕਦੇ ਹੋ। ਮੈਂ ਲੈਟ ਸਪੋਜ਼ ਕਿ ਇੱਕ ਅਸੈਟ ਫੈਕਟਰੀ ਲਾਉਣ ਲਈ ਮੈਂ ਕਰਜ਼ਾ ਲਵਾਂ 10 ਕਰੋੜ ਦਾ, ਉਸ ਤੋਂ ਬਾਅਦ ਉਹ ਮੈਂ ਪੈਸਾ ਪਾਰਟੀਜ਼ 'ਤੇ, ਕਾਰਾਂ ਲੈਣ 'ਤੇ ਜਿਹੜੇ ਹੋਰ ਖਰਚਿਆਂ 'ਤੇ ਕਰਦਾ। ਅਤੇ ਹੁਣ ਜਦੋਂ 10 ਕਰੋੜ ਦਾ ਖਰਚ ਮੈਨੂੰ ਲੋਨ ਦਿੱਤਾ ਗਿਆ ਸੋਚ ਕੇ ਕਿ ਆਈ ਐਮ ਕ੍ਰੀਏਟਿੰਗ ਐਨ ਅਸੈਟ ਜੋ ਇਨਕਮ ਦੇਗਾ, ਹੁਣ ਮੈਂ ਹੋਰ ਖਰਚੇ ਬਣ ਲਏ ਅਤੇ ਆਈ ਵਿਲ ਲੂਜ਼ ਦੈਟ ਰੀਪੇਮੈਂਟ ਕਪੈਸਿਟੀ। ਹੁਣ ਜੇ ਮੈਨੂੰ ਉਸ ਇੰਟਰਸਟ ਨੂੰ ਪੇ ਕਰਨ ਲਈ ਹੋਰ ਲੈਣਾ ਪਵੇ ਤਾਂ ਅਲਟੀਮੇਟਲੀ ਇੱਕ ਨਾ ਇੱਕ ਦਿਨ ਮੈਂ ਇਹੋ ਜਿਹੀ ਸਿਚੁਏਸ਼ਨ 'ਚ ਆ ਜਾਊਂਗਾ ਜਿੱਥੇ ਆਈ ਵਿਲ ਬੀ ਐਬਸੋਲੂਟਲੀ, ਮਤਲਬ ਕਿ ਮੇਰੇ ਕੋਲ ਉਹਨੂੰ ਕਿਸੇ ਵੀ ਤਰੀਕੇ ਨਾਲ ਉਸ ਕਰਜ਼ੇ ਨੂੰ ਪੂਰਾ ਕਰਨ ਦਾ ਮੇਰੇ ਕੋਲ ਮੌਕਾ ਨਹੀਂ ਹੋਏਗਾ। ਆਈ ਵਿਲ ਬੀ ਇਨ ਡੀਪ ਟਰਬਲ, ਮੇਰੀ ਕੁਰਕੀ ਹੋਏਗੀ। ਅੱਜ ਪੰਜਾਬ ਸਟੇਟ ਦੇ ਵਿੱਚ ਵੀ ਇਹ ਸਿਚੁਏਸ਼ਨ ਦੇ ਅਸੀਂ ਬੜੇ ਲਾਗੇ ਪਹੁੰਚ ਗਏ ਹੋਏ ਹਾਂ ਕਿ ਸਾਡੇ ਅਸੈਟ ਕ੍ਰੀਏਸ਼ਨ ਨਹੀਂ ਹੋਈ ਜਿਹਨਾਂ ਨਾਲ ਹੋਰ ਆਪਾਂ ਵੈਲਿਊ ਕ੍ਰੀਏਟ ਕਰ ਪੈਂਦੇ, ਉਹ ਇਨਫਰਾਸਟਰਕਚਰ ਨਹੀਂ ਬਣਿਆ। ਅੱਜ ਕਿੰਨਾ ਖਰਚਾ ਇੱਕ ਹਿਊਜ ਪਰਸੈਂਟੇਜ ਤਾਂ ਅਸੀਂ ਇੰਟਰਸਟ ਦੇਣ 'ਚ ਹੀ ਪਾਉਂਦੇ ਪਏ ਹਾਂ, ਅਤੇ ਇਹਦਾ ਮਤਲਬ ਸੈਲਰੀਆਂ 'ਚ ਜ਼ਿਆਦਾਤਰ ਪੈਸਾ ਜਾ ਰਿਹਾ। ਅਤੇ ਪੰਜਾਬ ਦੇ ਵਿੱਚ ਇਨਵੈਸਟਮੈਂਟ ਦੀਆਂ ਓਪਰਚੁਨਿਟੀਜ਼ ਆਉਣਗੀਆਂ ਕਿਵੇਂ? ਫਿਰ ਗੌਰਮੈਂਟ ਦੀਆਂ ਜਿਹੜੀਆਂ ਵੈਲਫੇਅਰ ਸਕੀਮਸ ਜਿਹੜੀਆਂ ਪ੍ਰੋਮਿਸ ਕੀਤੀਆਂ ਆਮ ਆਦਮੀ ਪਾਰਟੀ ਨੇ, ਇੰਨੇ ਲੋਕਾਂ ਨੂੰ ਜੋ ਵੀ ਵੈਲਫੇਅਰ ਦੇਣਾ, ਭਾਵੇਂ ਫ੍ਰੀ ਬਿਜਲੀ ਆ ਜਾਂ ਹੋਰ ਵੀ ਚੀਜ਼ਾਂ ਬਾਰੇ ਜੋ ਗੱਲ ਕਰਦੇ ਪਏ ਨੇ, ਉਹ ਤੁਸੀਂ ਦੋਗੇ ਕਿਵੇਂ? ਜੇ ਤੁਹਾਡੇ ਕੋਲ ਪੈਸਾ ਹੋਏਗਾ ਤਾਂ ਦੋਗੇ, ਜਾਂ ਉਹਦੇ ਲਈ ਪੈਸਾ ਕਿਵੇਂ ਰੇਜ਼ ਹੋਏਗਾ? ਆਲਰੇਡੀ ਮੈਂ ਨਹੀਂ ਕਹਿੰਦਾ ਕਿ ਇਹ ਗਲਤ ਹੈ, ਬਟ ਕਿਉਂਕਿ ਸਿਚੁਏਸ਼ਨ ਹੀ ਇਹੋ ਜਿਹੀ ਹੈ। ਭਗਵੰਤ ਮਾਨ ਜੀ ਨੂੰ ਪਹਿਲੇ ਦਿਨ ਜਾ ਕੇ ਤੇ 50-50 ਹਜ਼ਾਰ ਕਰੋੜ ਦਾ ਹੋਰ ਕਰਜ਼ਾ ਲੈਣਾ ਪੈ ਗਿਆ। ਹੁਣ ਤੁਸੀਂ ਪਿਛਲੀ ਇਨਕੁਆਇਰੀ ਕਰੋ ਤਾਂ ਇਹਦਾ ਮਤਲਬ ਉਸ ਤੋਂ ਬਾਅਦ 4 ਲੱਖ ਕਰੋੜ ਦਾ ਕਰਜ਼ਾ ਹੋ ਜਾਏਗਾ। ਉਹਦੀ ਇੰਟਰਸਟ ਦੇ ਸਾਡਾ ਖਰਚਾ ਕਿੰਨਾ ਹੋਏਗਾ, ਦੇਰ ਇਜ਼ ਕਾਸਟ ਟੂ ਸਰਵਿਸਿੰਗ ਦੈਟ ਇੰਟਰਸਟ, ਉਹ ਕਿੰਨਾ ਹੋ ਜਾਏਗਾ। ਇਹ ਸਾਰੀਆਂ ਚੀਜ਼ਾਂ ਇਸ ਵੇਲੇ ਵੇਖਣ ਦੀ ਲੋੜ ਹੈ। ਅਤੇ ਹੋਪਫੁਲੀ ਸਭ ਤੋਂ ਇੰਪੋਰਟੈਂਟ ਚੀਜ਼ ਮੈਂ ਐਕਸਪੈਕਟ ਕਰੂੰਗਾ ਕਿ ਜੇ ਕੋਈ ਬੰਦਾ ਰਿਸਪੋਂਸੀਬਲ ਹੈ ਜਾਂ ਗੌਰਮੈਂਟ ਰਿਸਪੋਂਸੀਬਲ ਨੇ, ਉਹਨਾਂ ਦੇ ਪਰਸਨਲ ਅਸੈਟਸ ਕਿਵੇਂ ਵਿਦਿਨ ਦੀ ਲੀਗਲ ਫਰੇਮਵਰਕ ਜਾਂ ਐਕਸਟੈਂਡਡ ਲੀਗਲ ਫਰੇਮਵਰਕ ਬਣਾ ਕੇ ਉਹਨਾਂ ਦੇ ਅਸੈਟਸ ਕੁਰਕੀ ਕੀਤੇ ਜਾਣ। ਮੈਨੂੰ ਬੜੀ ਹੱਦ ਤੱਕ ਯਕੀਨ ਹੈ ਕਿ ਜੇ ਤੁਸੀਂ ਸਾਡੇ ਨੇਤਾਵਾਂ ਦੇ ਅਸੈਟਸ ਪੰਜਾਬ ਦਾ ਕੀ ਪੂਰੇ ਦੇਸ਼ ਦਾ ਕਰਜ਼ਾ ਲਾ ਸਕਦੇ ਹੋ। ਜਿਸ ਤਰ੍ਹਾਂ ਦੀ ਪਰਸਨਲ ਵੈਲਥ ਇੱਥੋਂ ਦੇ ਅਫੀਸ਼ੀਅਲਸ ਨੇ, ਇੱਥੋਂ ਦੇ ਪੋਲੀਟੀਸ਼ੀਅਨਸ ਨੇ ਪੰਜਾਬ ਦੇ ਪੈਸੇ ਨੂੰ ਮਿਸਯੂਜ਼ ਕਰਕੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਖਰਾਬ ਕਰਕੇ ਕੀਤੀ ਹੈ, ਇਹ ਬੜੀ ਡੇਂਜਰਸ ਸਿਚੁਏਸ਼ਨ ਬਣ ਗਈ ਹੈ। ਇਹਦੇ 'ਚ ਇਨਕੁਆਇਰੀ ਬਹੁਤ ਜ਼ਰੂਰੀ ਹੈ, ਬਟ ਇਹ ਇਨਕੁਆਇਰੀ ਸ਼ੁੱਡ ਨਾਟ ਬੀ ਅ ਰੀਜ਼ਨ ਕਿ ਜਿਹੜੀਆਂ ਤੁਸੀਂ ਚੀਜ਼ਾਂ ਪ੍ਰੋਮਿਸ ਕੀਤੀਆਂ, ਜਿਹੜੀ ਗਰੋਥ ਦੇਣੀ ਆ, ਉਹ ਨਹੀਂ ਰੁਕਣੀ ਚਾਹੀਦੀ। ਕੋਈ ਇਹ ਨਾ ਕਹਿ ਦੇ ਤੁਹਾਨੂੰ ਕਿ ਇਹ ਉਲਝਾਉਣ ਦਾ ਤਰੀਕਾ ਨਹੀਂ ਹੋਣਾ ਚਾਹੀਦਾ। ਇਨਕੁਆਇਰੀ ਸ਼ੁੱਡ ਬੀ ਡਨ। ਹੁਣ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਪੋਕਸਪਰਸਨ ਨੇ ਦਲਜੀਤ ਚੀਮਾ ਜੀ, ਉਹਨਾਂ ਨੇ ਕਹਿ ਦਿੱਤਾ ਕਿ ਠੀਕ ਹੈ ਇਨਕੁਆਇਰੀ ਕਰੋ, ਬਟ ਇਟ ਸ਼ੁੱਡ ਨਾਟ ਮੀਨ ਕਿ ਤੁਸੀਂ ਜਿਹੜੇ ਪ੍ਰੋਮਿਸ ਕੀਤੇ ਉਹ ਪੂਰੇ ਨਹੀਂ ਕਰਨੇ। ਅਤੇ ਇਹ ਬਿਲਕੁਲ ਸਹੀ ਗੱਲ ਹੈ। ਇਹਦੀ ਅਕਾਊਂਟੇਬਿਲਿਟੀ ਤਾਂ ਰਹਿਣੀ ਚਾਹੀਦੀ ਹੈ, ਅਤੇ ਗੌਰਮੈਂਟ ਨੇ ਕੁਛ ਇਨੀਸ਼ੀਏਟਿਵਸ ਲਿੱਤੇ ਨੇ। ਵੀ ਵਿਲ ਕੀਪ ਔਨ ਵੇਟਿੰਗ ਕਿ ਹੁਣ ਆਪਾਂ 3 ਮਹੀਨੇ ਬਾਅਦ ਇਹ ਬਹਾਨਾ ਸੁਣਦੇ ਹਾਂ ਜੀ ਇਸ ਕਾਰਨ ਨਹੀਂ ਹੋ ਪਾਇਆ, ਜਾਂ 3 ਮਹੀਨੇ ਬਾਅਦ ਅਸੀਂ ਰਿਜ਼ਲਟ ਵੇਖਦੇ ਹਾਂ। ਇਹ ਇਸ ਵੇਲੇ ਆਮ ਆਦਮੀ ਪਾਰਟੀ ਲਈ ਬੜਾ ਜ਼ਰੂਰੀ ਆ। ਜੋ ਉਹਨਾਂ ਦੀ ਨੈਸ਼ਨਲ ਵਿਜ਼ਨ ਹੈ, ਜੋ ਅਚੀਵ ਕਰਨਾ ਚਾਹੁੰਦੇ ਨੇ, ਜੇ ਪੰਜਾਬ 'ਚ ਉਹਨਾਂ ਨੇ ਕਮਾਲ ਕਰਤੀ, ਜੇ ਪੰਜਾਬ ਦੇ ਲੋਕਾਂ ਨੂੰ ਸੈਟਿਸਫਾਈ ਕਰਤਾ, ਇੱਕ ਆਮ ਆਦਮੀ ਪਾਰਟੀ ਦੀ ਵੇਵ ਚੱਲ ਸਕਦੀ ਹੈ, ਰਾਈਟ। ਸੋ ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ ਕਿ ਉਹ ਇਸ ਵੇਲੇ ਉਹਨਾਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਜਿਨ੍ਹਾਂ ਨੇ ਅੱਗੇ ਰਿਜ਼ਲਟ ਦੇਣੇ ਨੇ। ਇਨਕੁਆਇਰੀ ਕਰੋ। ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਜਾਣੋ ਕਿ ਪਿੱਛੇ ਕਿੱਥੇ ਗਲਤੀਆਂ ਹੋਈਆਂ। ਜਿਹੜੇ ਬੰਦੇ ਗਲਤ ਆਇਡੈਂਟੀਫਾਈ ਹੁੰਦੇ ਨੇ ਉਹਨਾਂ ਨੂੰ ਵੀ ਫੜੋ, ਉਹਨਾਂ ਦੇ ਉੱਤੇ ਵੀ ਐਕਸ਼ਨ ਲਓ, ਬਟ ਪੈਰਲਲ। ਪਰ ਤੁਹਾਡਾ 80% ਧਿਆਨ, ਮੈਂ 100% 80% ਧਿਆਨ ਹੋਣਾ ਚਾਹੀਦਾ ਕਿ ਮੈਂ ਅੱਗੇ ਪੰਜਾਬ ਨੂੰ ਪ੍ਰੋਗਰੈਸ ਕਿਵੇਂ ਦੇਣੀ ਹੈ। ਦੈਟ ਸ਼ੁੱਡ ਬੀ ਦੀ ਪ੍ਰਾਇਮਰੀ ਫੋਕਸ ਆਫ ਆਮ ਆਦਮੀ ਪਾਰਟੀ ਗਵਰਨਮੈਂਟ।
ਸਰ ਪੰਜਾਬ ਦੇ ਪ੍ਰੋਗਰੈਸ ਦੇ ਤਹਿਤ ਹੀ ਜਿਵੇਂ ਤੁਸੀਂ ਦੱਸਿਆ ਕਿ ਜਿਹੜਾ ਮੈਕਸਿਮਮ ਚੰਕ ਹੈ ਸਟੇਟ ਰੈਵਨਿਊ ਦਾ ਉਹ ਯੂਜ਼ ਹੋ ਰਿਹਾ ਹੈ ਲੋਨ ਰੀਪੇਮੈਂਟ ਦੇ ਵਿੱਚ ਜਾਂ ਲੋਨ ਇੰਟਰਸਟ ਭੁਗਤਾਉਣ 'ਚ। ਰੈਵਨਿਊ ਜਨਰੇਸ਼ਨ ਦੀ ਜੇ ਅਸੀਂ ਗੱਲ ਕਰੀਏ, ਗਰੋਥ ਨਾ ਰੁਕੇ, ਜਿਵੇਂ ਤੁਸੀਂ ਕਿਹਾ ਵੀ ਰੈਵਨਿਊ ਦਾ ਮਿਸਯੂਜ਼ ਨਾ ਹੋਏ ਤੇ ਵੈਲਫੇਅਰ ਸਕੀਮਸ ਨਾ ਰੁਕਣ, ਰੈਵਨਿਊ ਜਨਰੇਸ਼ਨ ਕਿਵੇਂ ਟੈਕਲ ਕੀਤਾ ਜਾਏ ਸਰ ਇਸ ਸਮੱਸਿਆ ਨੂੰ? ਦੇਖੋ, ਰੈਵਨਿਊ ਜਨਰੇਸ਼ਨ ਇਜ਼ ਐਨ ਇੰਟਾਇਰਲੀ ਡਿਫਰੈਂਟ ਥਿੰਗ। ਹੁਣ ਤੁਹਾਨੂੰ ਫੋਕਸ ਕਰਨਾ ਪਏਗਾ। ਪਹਿਲਾਂ ਤੁਹਾਡੀਆਂ ਪਾਲਿਸੀ ਆਉਣੀਆਂ ਚਾਹੀਦੀਆਂ ਕਿ ਕਰੰਟ ਜਿਹੜੇ ਰੈਵਨਿਊ ਸੋਰਸਿਸ ਨੇ ਉਹਨਾਂ ਵਿੱਚ ਲੀਕੇਜ ਬੜੀ ਹੈ। ਲੀਕੇਜ ਦਾ ਮਤਲਬ ਹੈ ਕਿ ਜੇ ਲੈਟਸ ਸੇ ਕਿ ਸੈਂਡ ਵਿਕਦੀ ਹੈ, ਲੀਕੇਜ ਕੀ ਹੈ ਕਿ ਸੈਂਡ ਮਾਫੀਆ ਬਿਨਾਂ ਪਰਮਿਸ਼ਨ ਦੇ ਰੇਤ ਵੇਚੀ ਜਾਂਦਾ ਪਿਆ ਤੇ ਸਾਰਾ ਪੈਸਾ ਪ੍ਰਾਈਵੇਟ ਲੋਕਾਂ ਕੋਲ ਜਾ ਰਿਹਾ, ਗਵਰਨਮੈਂਟ ਕੋ ਨਹੀਂ ਆ ਰਿਹਾ ਜੋ ਗਵਰਨਮੈਂਟ ਦਾ ਬੰਦਾ ਹੈ। ਫਿਰ ਲਿਕਰ ਮਾਫੀਆ, ਠੇਕੇਦਾਰੀ ਸਿਸਟਮ, ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਹਾਨੂੰ ਵੇਖਣਾ ਪਏਗਾ ਕਿ ਕਿਵੇਂ ਮੈਕਸਿਮਮ ਰੈਵਨਿਊ ਜਿਹੜਾ ਇਸ ਵੇਲੇ ਕਰੰਟ ਸੋਰਸਿਸ ਨੇ ਉਹਦੇ ਵਿੱਚ ਜਿਹੜੀ ਲੀਕੇਜ ਹੈ ਉਹਨੂੰ ਪਲੱਗ ਕੀਤਾ ਜਾਵੇ ਕਿ ਬਈ ਲੀਕੇਜ ਬੰਦ ਹੋਵੇ। ਫਿਰ ਦੂਜਾ ਕਿ ਕਿਹੜੀਆਂ ਆਪਾਂ ਵੈਲਿਊ ਐਡੀਸ਼ਨਸ ਕਰ ਸਕਦੇ ਹਾਂ, ਜੋ ਦੂਜਾ ਹੈ ਐਗਰੀਕਲਚਰ ਦੇ ਵਿੱਚ ਹਾਊ ਵੀ ਕੈਨ ਹੈਵ ਮੋਰ ਸਸਟੇਨੇਬਲ ਐਗਰੀਕਲਚਰ ਸਿਸਟਮ ਤੇ ਹਾਈ ਵੈਲਿਊ ਐਗਰੀਕਲਚਰ ਪ੍ਰੋਸੈਸਿੰਗ ਸਿਸਟਮ, ਕਿ ਆਪਾਂ ਰॉ ਮਟੀਰੀਅਲ ਨਾ ਵੇਚੀਏ। ਆਪਾਂ ਜੇ ਕਣਕ ਦੀ ਜਗ੍ਹਾ ਪਾਸਤਾ ਵੇਚ ਸਕਦੇ ਹਾਂ, ਆਪਾਂ ਕੀ ਹੋਰ ਕੀ ਚੀਜ਼ਾਂ ਪ੍ਰੋਸੈਸਿੰਗ ਕਿੱਥੇ ਹੋ ਸਕਦੀ ਹੈ, ਉਹ ਇੱਕ ਮੇਜਰ ਇਨਵੈਸਟਮੈਂਟ ਸਾਡੇ ਇੱਥੇ ਆ ਸਕਦੀ ਹੈ। ਫਿਰ ਡਿਵਰਸੀਫਿਕੇਸ਼ਨ ਆਫ ਕ੍ਰੌਪ, ਉਹਦੇ ਨਾਲ ਇੱਕ ਸੋਇਲ ਦੀ ਹੈਲਥ ਹੋਏਗੀ, ਲੋਕਾਂ ਦੀ ਹੈਲਥ ਬੈਟਰ ਹੋਏਗੀ। ਹੁਣ ਆਰਗੈਨਿਕ ਫਾਰਮਿੰਗ ਜਾਂ ਨੈਚੁਰਲ ਫਾਰਮਿੰਗ ਜਿਹਦੀ ਸੈਂਟਰਲ ਬਜਟ 'ਚ ਗੱਲ ਵੀ ਕੀਤੀ ਗਈ ਹੈ, ਉਹ ਹਾਈ ਵੈਲਿਊ ਇਨਕਮ ਸਾਡੇ ਕਿਸਾਨਾਂ ਨੂੰ ਦੇ ਸਕਦੀ ਆ। ਫਿਰ ਜਿਹੜੀਆਂ ਹਾਈ ਵੈਲਿਊ ਨਵੀਆਂ ਮਾਡਰਨ ਜਿਵੇਂ ਚੀਜ਼ਾਂ ਆ ਗਈਆਂ ਨੇ, ਉਹ ਜਿਹੜੀ ਹਰੀ ਗੋਭੀ ਹੁੰਦੀ ਆ ਉਹਨੂੰ ਕੀ ਕਹਿੰਦੇ ਆ, ਬਰੋਕਲੀ। ਹਾਂ, ਬਰੋਕਲੀ ਵਗੈਰਾ ਪਾਸਤਾ 'ਚ ਪੈਂਦੀ ਹੈ, ਬਰੋਕਲੀ ਹੋ ਗਈ, ਬੈਲ ਪੈਪਰ ਹੋ ਗਏ, ਇਹੋ ਜਿਹੀ ਮਸ਼ਰੂਮ ਹੋ ਗਈ, ਇਹੋ ਜਿਹੀ ਇਹਦੇ ਬਾਰੇ ਕਿਸਾਨਾਂ ਨੂੰ ਐਜੂਕੇਸ਼ਨ ਦਿਓ ਤਾਂ ਕਿ ਪਰ ਏਕੜ ਸਾਡੀ ਜਿਹੜੀ ਆਊਟਪੁੱਟ ਹੈ ਉਹ ਵਧੇ। ਜਦੋਂ ਆਊਟਪੁੱਟ ਵਧੇਗੀ ਕਿਸਾਨ ਦੀ, ਉਹਦੀ ਸਪੈਂਡਿੰਗ ਪਾਵਰ ਵਧੇਗੀ, ਉਹ ਆਪਣੇ ਆਪ ਇੱਕ ਨਵੇਂ ਲੈਵਲ ਆਫ ਇਨਵੈਸਟਮੈਂਟ ਲੈ ਕੇ ਆਏਗੀ। ਸੈਕਿੰਡ ਜਿਹੜੇ ਹੋਰ ਤੀਜਾ ਪਾਰਟ ਆ ਗਿਆ ਮਾਡਰਨ ਇੰਡਸਟਰੀ। ਲੈਟ ਸਪੋਜ਼ ਕਿ ਚਿਪ ਮੈਨੂਫੈਕਚਰਿੰਗ, ਇਲੈਕਟ੍ਰੋਨਿਕਸ ਮੈਨੂਫੈਕਚਰਿੰਗ, ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਵੀ ਕੈਨ ਉਹਦੇ ਵਿੱਚ ਬਹੁਤ ਜ਼ਿਆਦਾ ਸਪੇਸ ਦੇ ਲਓ, ਵੀ ਕੈਨ ਪ੍ਰੋਵਾਈਡ ਦੋਜ਼ ਫੈਸਿਲਿਟੀਜ਼। ਅਤੇ ਜੇ ਅਸੀਂ ਉਹ ਸਾਰਾ ਇਨਫਰਾਸਟਰਕਚਰ ਡਿਵੈਲਪ ਕਰਨਾ ਸ਼ੁਰੂ ਕਰੀਏ, ਇੰਡਸਟਰੀ ਨੂੰ ਬੁਲਾਈਏ, ਇਹ ਸਾਡੇ ਲਈ। ਫਿਰ ਦੂਜੀ ਚੀਜ਼ ਹੈ ਕੁਆਲਿਟੀ ਐਜੂਕੇਸ਼ਨ ਇਨ ਪੰਜਾਬ ਇਟਸੈਲਫ। ਜੀ, ਬੜੇ ਨੇਤਾ ਸਾਡੇ ਇਸ 'ਤੇ ਬਹੁਤ ਚਿੰਤਾ ਜ਼ਾਹਿਰ ਕਰ ਚੁੱਕੇ ਨੇ ਵਿਦਆਊਟ ਐਨੀ ਐਕਸ਼ਨ, ਪਰ ਚਿੰਤਾ ਬਹੁਤ ਵਾਰੀ ਜ਼ਾਹਿਰ ਕਰ ਚੁੱਕੇ ਨੇ। ਸਾਡਾ ਸਾਰਾ ਯੂਥ ਬਾਹਰ ਜਾਂਦਾ ਪਿਆ। ਫਿਰ ਕਰਦੇ ਕੀ ਪਏ ਹੋ? ਵਟ ਸ਼ੁੱਡ ਬੀ ਡਨ ਕਿ ਜੇ ਇੱਕ ਪੰਜਾਬ ਦੇ ਅਸੈਟਸ ਕੈਨੇਡਾ ਦੀ ਇਨਕਮ ਬਣਦੇ ਪਏ ਨੇ, ਉਹਨੂੰ ਚੇਂਜ ਕਿਵੇਂ ਕੀਤਾ ਜਾਵੇ, NRIs ਨੂੰ ਕਿਵੇਂ ਪੋਜ਼ੀਟਿਵਲੀ ਇੰਗੇਜ ਕੀਤਾ ਜਾਵੇ ਤਾਂ ਕਿ ਇਨਵੈਸਟਮੈਂਟ ਹੋਵੇ, ਕੁਆਲਿਟੀ ਐਜੂਕੇਸ਼ਨ ਦਿਓ, ਅਰਨਿੰਗ ਓਪਰਚੁਨਿਟੀਜ਼ ਦਿਓ। ਕੌਣ ਆਪਣਾ ਘਰ ਛੱਡ ਕੇ ਜਾਣਾ ਚਾਹੁੰਦਾ ਹੈ? ਹਰ ਕੋਈ ਉੱਥੇ ਜਾ ਕੇ ਆਪਣੇ ਘਰ ਨੂੰ ਮਿਸ ਕਰਦਾ ਪਿਆ। ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬੀਆਂ ਨੂੰ ਕੈਨੇਡਾ ਜਾਣ ਦਾ ਸ਼ੌਕ ਚੜਿਆ। ਨਹੀਂ, ਪੰਜਾਬੀਆਂ ਦੀ ਅੱਜ ਮਜਬੂਰੀ ਬਣ ਗਈ ਹੈ ਕੈਨੇਡਾ ਜਾਣਾ, ਕਿਉਂਕਿ ਸਾਡੇ ਇੱਥੇ ਤੁਸੀਂ ਓਪਰਚੁਨਿਟੀ ਨਹੀਂ ਦੇ ਰਹੇ, ਤੁਹਾਡੇ ਇੱਥੇ ਲਾਅ ਐਂਡ ਆਰਡਰ ਨਹੀਂ ਆ। ਇੱਕ ਯੂਥ ਦਾ ਵਿਗੜਨ ਦੇ ਚਾਂਸਸ ਕਿੰਨੇ ਵੱਧ ਗਏ ਨੇ। ਅੱਜ ਕੱਲ੍ਹ ਦੇ ਪੇਰੈਂਟਸ ਇਹ ਵੀ ਕਹਿੰਦੇ ਨੇ ਕੈਨੇਡਾ ਚੱਲ ਜਾਏਗਾ, ਸੁਧਰ ਜਾਏਗਾ, ਸਹੀ ਰਸਤੇ 'ਤੇ ਪੈ ਜਾਏਗਾ, ਮਿਹਨਤ ਕਰਨੀ ਸਿੱਖ ਜਾਏਗਾ। ਤੁਸੀਂ ਅੱਜ ਪਿੰਡਾਂ 'ਚ ਜਾਓ, ਬੜਾ ਅਨਫੋਰਚੂਨੇਟ ਸੀਨ ਨਜ਼ਰ ਆਉਂਦਾ ਹੈ। ਅੱਜ ਤੋਂ 20-25 ਸਾਲ ਪਹਿਲਾਂ ਅਸੀਂ ਜਦੋਂ ਪਿੰਡਾਂ 'ਚ ਰਹਿੰਦੇ ਸੀ, ਪੇੜਾਂ ਦੇ ਥੱਲੇ ਬਜ਼ੁਰਗ ਬੈਠੇ ਕੇ ਤਾਸ਼ ਖੇਡਦੇ ਹੁੰਦੇ ਸੀ। ਅੱਜ ਯੂਥ ਬੈਠਾ ਹੋਇਆ ਬਰਗਰ ਦੇ ਪੇੜ ਥੱਲੇ, ਯੂਥ ਵਿਹਲਾ ਬੈਠਾ ਹੈ। ਇਹ ਅਨਫੋਰਚੂਨੇਟ ਵਿਊ ਆ ਜੋ ਇਸ ਵੇਲੇ ਸਾਡੇ ਪੰਜਾਬ ਦਾ ਬਣਿਆ ਹੋਇਆ। ਅਤੇ ਜੇ ਇਹ ਚੀਜ਼ਾਂ ਕਰਾਂਗੇ, ਇਫ ਯੂ ਕੈਨ ਟਰਾਂਸਫਾਰਮ ਦਿਸ ਥਿੰਗ, ਤੇ ਤੁਹਾਡਾ ਰੰਗਲਾ ਪੰਜਾਬ ਜੋ ਭਗਵੰਤ ਮਾਨ ਜੀ ਕਹਿੰਦੇ ਨੇ ਦੁਬਾਰਾ ਬਣ ਜਾਏਗਾ, सोने की चिड़ी दोबारा बन जाएगा पंजाब। सर, इंटरनेशनल इशू पे आते हैं। जो बाइडन विल होल्ड मीटिंग विद एलाइज ओवर यूक्रेनियन इन्वेजन। मीटिंग्स बहुत बार हुई है सर, इस बार मीटिंग का मकसद क्या हो सकता है? ਦੇਖੋ, ਮੈਨੂੰ ਤੇ ਜੋ ਬਾਈਡਨ ਦੀ ਆਪਾਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਕਿ ਨਾਓ ਹੀ ਹੈਜ਼ ਲੋਸਟ ਹਿਜ਼ ਕੰਟਰੋਲ ਓਵਰ ਹਿਜ਼ ਓਨ ਫੈਕਲਟੀਜ਼, ਅਤੇ ਉਹਨਾਂ ਦੇ ਉੱਤੇ ਇੱਕ ਬੜੀ ਕਾਮੇਡੀ ਬਣੀ ਆ ਸਾਊਦੀ ਅਰੇਬੀਆ 'ਚ ਕਿ ਜਿੱਥੇ ਉਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿੱਥੇ ਖੜੇ ਨੇ। ਕੋਇਨਸੀਡੈਂਟਲੀ ਉਹ ਵੀਡੀਓ, ਉਹ ਇੱਕ ਸਕਿੱਟ ਆਉਣ ਤੋਂ ਬਾਅਦ ਅਗਲੇ ਦਿਨ ਜੋ ਬਾਈਡਨ ਜੀ ਇੱਕ ਲੈਕਚਰ ਦੇ ਕੇ ਜਾਂ ਇੱਕ ਭਾਸ਼ਣ ਦੇ ਕੇ ਹਟੇ ਪ੍ਰੈਸ ਕਾਨਫਰੰਸ ਤੋਂ ਬਾਅਦ, ਅਤੇ ਲੋਕਾਂ ਨੇ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਪਏ, ਉੱਥੇ ਕੋਈ ਖੜਾ ਹੀ ਨਹੀਂ ਹੈ। ਮੈਂ ਉਹਨਾਂ ਦੀ ਵੀਡੀਓ ਵੇਖੀ ਜਿਹਦੇ ਵਿੱਚ ਇਨਫੈਕਟ ਮੈਂ ਕੰਪੇਅਰ ਕਰਦਾ ਪਿਆ ਸੀ ਕਿ ਉਹਨਾਂ ਨੇ ਹੁਣੀ ਥੋੜ੍ਹੇ ਦਿਨ ਪਹਿਲਾਂ ਟੂ ਲੁੱਕ ਯੰਗਰ ਆਪਣਾ ਉਹ ਕਰਾਇਆ ਸੀ ਪਲਾਸਟਿਕ ਸਰਜਰੀ, ਉਸ ਤੋਂ ਪਹਿਲਾਂ ਦੀ ਹੈ ਨਾ। ਸੋ ਹੀ ਇਜ਼ ਕਾਈਂਡ ਆਫ ਲੂਜ਼ਿੰਗ ਕੰਟਰੋਲ ਐਂਡ ਇਟ ਇਜ਼ ਹੁਣ ਉਹਨਾਂ ਦੇ ਆਪਣੇ ਕਾਂਗਰਸ ਵਿੱਚ ਕਈ ਵਾਰੀ ਡਿਮਾਂਡ ਹੋ ਗਈ ਜੀ ਇਹਨਾਂ ਦਾ ਇੱਕ ਐਕਿਊਮੈਂਟ ਟੈਸਟ ਲਓ, ਇਹ ਕੰਟਰੋਲ 'ਚ ਹੈਗੇ ਵੀ ਹੈ ਕਿ ਨਹੀਂ। ਜਿਹਨੂੰ ਕਹਿੰਦੇ ਦੁਨੀਆ ਦਾ ਸਭ ਤੋਂ ਪਾਵਰਫੁਲ ਆਦਮੀ, ਹੀ ਇਜ਼ ਦੀ ਬੇਸਿਕਲੀ ਹੀ ਇਜ਼ ਦੀ ਕਮਾਂਡਰ ਇਨ ਚੀਫ ਆਫ ਦੀ ਬਿਗੈਸਟ ਆਰਮੀ, ਸਟਰੋਂਗੈਸਟ ਆਰਮੀ ਇਨ ਦੀ ਹਿਸਟਰੀ ਆਫ ਆਰ ਮੈਨਕਾइंड, US ਆਰਮੀ। ਅਤੇ ਉਸ ਬੰਦੇ ਨੂੰ ਤੁਸੀਂ ਇੰਚਾਰਜ ਬਣਾਇਆ ਤਾਂ ਉਹਨੂੰ ਪਤਾ ਹੀ ਨਹੀਂ ਉਹ ਕਿ ਹੱਥ ਕੋਈ ਉੱਥੇ ਖੜਾ ਵੀ ਹੈ ਕਿ ਨਹੀਂ ਖੜਾ, ਉਹ ਕੀ ਗੱਲਾਂ ਕਰ ਰਿਹਾ, ਉਹ ਕੀ। ਅਤੇ ਮੈਨੂੰ ਲੱਗਦਾ ਹੈ ਕਿ ਯੂਰਪੀਅਨ ਕੰਟਰੀ ਸ਼ੁੱਡ ਬੀ ਕੇਅਰਫੁਲ। ਹੁਣ ਉਹ ਕਹਿੰਦੇ ਜੀ ਅਸੀਂ ਰਸ਼ੀਆ ਨੂੰ ਅਕਾਊਂਟੇਬਲ ਬਣਾਉਣਾ ਹੈ। ਕਿਵੇਂ ਬਣਾਓਗੇ?
ਵਟ ਇਜ਼ ਦੀ ਬੈਸਟ ਵੇ ਫਾਰਵਰਡ, ਉਹਦੇ ਬਾਰੇ ਸਟੱਡੀ ਅਕਾਊਂਟੇਬਲ ਬਣਾਓ, ਪਰ ਰਸ਼ੀਆ ਤੋਂ ਇਲਾਵਾ ਸਾਰਿਆਂ ਨੂੰ ਬਣਾਓ। ਜਿਹੜੇ ਪੋਲੀਟੀਸ਼ੀਅਨਸ, ਆਪਾਂ ਕੱਲ੍ਹ ਗੱਲ ਕੀਤੀ, ਪੋਲੀਟੀਸ਼ੀਅਨਸ ਆਰ ਰਿਸਪੋਂਸੀਬਲ ਐਂਡ ਪੀਪਲ ਆਰ ਪੇਇੰਗ। ਪੋਲੀਟੀਸ਼ੀਅਨ ਤੁਹਾਨੂੰ ਹਥਿਆਰ ਦੇ ਦੇਣਗੇ, ਅਮੀਰ ਆਦਮੀ ਤੁਹਾਨੂੰ ਖਾਣਾ ਦੇ ਦੇਣਗੇ, ਬਟ ਗਰੀਬਾਂ ਦੇ ਬੱਚੇ ਉਹ 'ਚ ਮਰਨਗੇ। ਤੇ ਇਸ ਕਰਕੇ ਇਹ ਅਕਾਊਂਟੇਬਿਲਿਟੀ ਸਭ ਤੋਂ ਪਹਿਲਾਂ ਤਾਂ ਪੋਲੀਟੀਸ਼ੀਅਨਸ ਦੀ ਆਪਣੀ ਬਣਦੀ ਹੈ। ਇਹ ਇੱਕ ਮੇਜਰ ਰੀਜ਼ਨ ਹੈ ਕਿ this world is looking more dangerous, because the person who basically controls lot of power is not sure what to do. वो confused है, वो कहता है कि I am the most qualified person to be the president of US, but he himself admits that he makes lot of mistakes. ਹੁਣ ਇਹੋ ਜਿਹੇ ਜਿੰਨਾ ਪਾਵਰਫੁਲ ਆਦਮੀ ਉਹਦੀ ਗਲਤੀ ਉਨੀ ਮਹਿੰਗੀ ਪੈ ਜਾਂਦੀ ਹੈ ਨਾ। ਲੈਟਸ ਸੇ ਕਿ ਇੱਕ ਛੋਟੀ ਜਿਹੀ ਕੀੜੀ ਗਲਤ ਡਾਇਰੈਕਸ਼ਨ 'ਚ ਮੁੜ ਜੇ, ਤੁਹਾਡੇ ਪੈਰ ਤੇ ਚੜ ਜੇ, ਉਹਨੂੰ ਕੀੜੀ ਨੂੰ ਗਲਤੀ ਲੱਗ ਜੇ, ਤੁਹਾਡਾ ਪੈਰ ਨਹੀਂ ਟੁੱਟਣ ਵਾਲਾ, पर यह गलती किसी हाथी ਨੂੰ ਲੱਗ गई थे। दैट इज़ द डिफरेंस। जी सर, इसके साथ ही काबुल के स्कूल में जो ब्लास्ट हुआ है और 6 लोगों की मौत और काफ़ी जख्मी हुए हैं, इस इंसिडेंट को आप कैसे देखते हैं सर? लुक, इट्स वेरी अनफॉर्चुनेट कि यूएस ने वहाँ पे तालिबान के हाथ छोड़ दिया है, और पहले एक डेमोक्रेसी आने के चांसेस तो लग रहे थे, बट दैट इज़ ऑल्सो नॉट हैपनिंग। और आज अगर इट इज़ वेरी सरप्राइजिंग कि जिनके लिए आपने पहले लाखों लोग मार दिए कि भाई हमने तालिबान को हटाना है, उसी लड़ाई के लिए आए थे जी, और आज उन्हीं के हाथ में आप गवर्नमेंट छोड़ के आ रहे हैं। इससे ज़्यादा और दुनिया को क्या मैसेज चाहिए कि यूएस या ये जो नेटो कंट्रीज़ हैं या ये जो यूरोपियन इम्पीरियलिज्म है, इससे बचने की ज़रूरत है। एशियन कंट्रीज़ को ये समझना पड़ेगा कि हमारे अपने वैल्यू सिस्टम्स अच्छे थे, जहाँ पे हम लोगों को एक्सप्लॉइट करना तो दूर, हम नेचर को भी एक्सप्लॉइट नहीं करना चाहते थे। वी रिस्पेक्टेड नेचर ऑल्सो। और आज उस यूरोपियन इम्पीरियलिज्म ने में भी हमें एसी दे दिए हैं, कुछ चीज़ें दे दी हैं, और शायद हम इससे बेटर चीज़ें बना लेते अलग तरीके से। आज अंग्रेज़ हम पे एहसान करते हैं कि उन्होंने हमें मॉडर्न बनाया। ये मॉडर्न टर्म कहाँ से आई? हम अपने तरीके से अपनी रिसर्च और उससे लगे रहते, और अगर हम अपनी इंडिक वैल्यूज़ को सेफ रखते और अपने ऊपर इतने सालों तक अलग अलग दूसरे देशों का या दूसरे लोगों का कब्जा नहीं रहने देते, तो हम शायद बहुत बेटर फ्यूचर बना चुके होते, बहुत बेटर इंफ्रास्ट्रक्चर बना चुके होते जो सस्टेनेबल होता। ज़रूरी नहीं है कि सीमेंट के पुल बनने थे, ये तो एक डायरेक्शन में साइंस पढ़ी ना, बड़े तरीके से चीज़ें हो सकती थी। वी वुड हैव अ बेटर टेम्परामेंट टुवर्ड्स साइंस विच वॉज मोर सस्टेनेबल। तो ये अनफॉर्चुनेट पार्ट है यूरोपियन इम्पीरियलिज्म का कि पूरी दुनिया उसका कॉस्ट पे कर रही है। जो वाइट मैन सुपीरियरिटी कॉम्प्लेक्स है कि हमें ही सब कुछ पता है और हमारे तरीके से चीज़ें होनी चाहिए, वर्ल्ड इज़ पेइंग द प्राइस ऑफ दैट। आज जो बच्चे मरे हैं, ये उस इम्पीरियलिस्टिक माइंडसेट का रिजल्ट है। सो थैंक यू सो मच फॉर योर व्यूज़ सर। ऐसे ही मीनिंगफुल और डीप इंसाइट्स के लिए जुड़े रहिए हमारे चैनल के साथ, और अपने सुझाव, अपने सजेशंस ज़रूर दीजिए हमें कमेंट सेक्शन में, एंड डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।